ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ 8ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਪਹਿਲਾ। ਉਲਟਿਓ ਕਮਲ ਬ੍ਰਹਮ ਵਿਚਾਰ, ਅੰਮ੍ਰਿਤ ਧਾਰ ਗਗਨ 10 ਦੁਆਰ। ਤ੍ਰਿਬਣ ਵੇਦਿਆ ਆਪ ਮਰਾਰ, ਰੇ ਮਨ ਮੇਰੇ ਭਰਮ ਨ ਕੀਜੇ। ਮਨ ਮਾਨੀਏ ਅੰਮ੍ਰਿਤ ਰਸ ਪੀਜੇ ਰਹਾਓ। ਜਨਮ ਜੀਤ ਮਰਨ ਮਨ ਮਾਨਿਆ, ਆਪ ਮੁਆ ਮਨ ਤਨ ਤੇ ਜਾਣਿਆ। ਨਜ਼ਰ ਭਈ ਕਰ ਕਰ ਤੇ ਜਾਣਿਆ, ਜਤ ਸਤ ਤੀਰਥ ਮੱਜਨ ਨਾਮ। ਅਧਿਕ ਬਿਥਾਰ ਕਰਿਓ ਕਿਸ ਕਾਮ, ਨਰ ਨਰਾਇਣ ਅੰਤਰ ਜਾਮ। ਆਨ ਮਨਿਓ ਤੋ ਪਰ ਕਰ ਜਾਓ, ਕਿਸ ਜਾਚਿਓ ਨਾਹੀ ਕੋ ਥਾਓ। ਨਾਨਕ ਗੁਰਮਤਿ ਸਹਿਜ ਸਮਾਓ, ਕਿਸ ਜਾਚਿਓ ਨਾਹੀ ਕੋ ਥਾਓ। ਨਾਨਕ ਗੁਰਮਤਿ ਸਹਿਜ ਸਮਾਓ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਬ੍ਰਹਮ ਰੂਪ ਵਿਚਾਰ ਦੁਆਰਾ, ਭਾਵ ਗੁਰਮਤਿ ਦੁਆਰਾ, ਗੁਰਸ਼ਬਦ ਗੁਰਬਾਣੀ ਦੁਆਰਾ, ਉਸ ਦੇ ਵਿਚਾਰ ਦੁਆਰਾ ਮੇਰਾ ਹਿਰਦਾ ਰੂਪੀ ਕਮਲ ਦੁਨੀਆ ਵੱਲੋਂ ਉਲਟ ਗਿਆ ਹੈ ਜੀ। ਭਾਵ ਦੁਨੀਆ ਵੱਲੋਂ ਪਰਤ ਗਿਆ ਹੈ ਜੀ। ਭਾਵ ਮੁੱਦਾ ਕਮਲ ਸਿੱਧਾ ਹੋ ਗਿਆ ਹੈ ਜੀ। ਜਿਸ ਕਰਕੇ ਗੁਰਸ਼ਬਦ ਗੁਰਬਾਣੀ ਨਾਮ ਦੀ ਅੰਮ੍ਰਿਤ ਧਾਰਾ ਮੇਰੇ ਦਸਮ ਦੁਆਰ ਵਿੱਚੋਂ ਚੋ ਰਹੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੁਣ ਇਹ ਨਿਸ਼ਚੇ ਹੋ ਗਿਆ ਹੈ ਕਿ ਗੁਰਸ਼ਬਦ ਗੁਰਬਾਣੀ ਦੁਆਰਾ ਮੈਂ ਆਪਣੇ ਮਨ ਨੂੰ ਕਾਬੂ ਕਰ ਲਿਆ ਹੈ ਜੀ। ਅਤੇ ਇਹ ਵੀ ਭਰੋਸਾ ਹੈ ਕਿ ਆਪ ਮੁਰਾਰੀ ਵਾਹਿਗੁਰੂ ਨੇ ਤਿੰਨਾਂ ਭਵਨਾਂ, ਭਾਵ ਸਾਰੇ ਸੰਸਾਰ ਨੂੰ ਵਿੰਨਿਆ, ਭਾਵ ਮੋਇਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਮੇਰੇ ਮਨ, ਇਸ ਦੀ ਸ਼ੰਕਾ ਨਹੀਂ ਕਰਨੀ ਚਾਹੀਦੀ। ਅਸਲ ਵਿੱਚ ਮਨ ਦੇ ਮੰਨਣ ਭਤੀਜਨ ਨਾਲ ਹੀ ਅੰਮ੍ਰਿਤ ਰਸ ਪੀਤਾ ਜਾਂਦਾ ਹੈ ਜੀ। ਭਾਵ ਆਪਣੇ ਮਨ ਨੂੰ ਗੁਰਸ਼ਬਦ ਗੁਰਬਾਣੀ ਨਾਲ ਵਿਚਾਰ ਕੇ ਉਸ ਨੂੰ ਆਪਣੇ ਵਿਕਾਰਾਂ ਤੋਂ ਹਟਾ ਕੇ ਗੁਰਮਤਿ ਅਪਣਾਉਣੀ ਹੈ ਜੀ, ਅਤੇ ਉਸ ਨੂੰ ਕਾਬੂ ਵਿੱਚ ਲਿਆਉਣਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਸ ਦੇ ਨਾਲ ਹੀ ਅੰਮ੍ਰਿਤ ਰਸ ਪੀਤਾ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਭਾਈ ਜਨਮ ਨੂੰ ਜਿੱਤ ਕੇ ਹੁਣ ਮੇਰਾ ਮਨ ਜੀਵਤ ਭਾਵ ਤੋਂ ਮਰਨ ਵਿੱਚ ਪਤੀਜ ਗਿਆ ਹੈ ਜੀ। ਭਾਵ ਮੈਨੂੰ ਜਨਮ ਮਰਨ ਦਾ ਡਰ ਨਹੀਂ ਰਿਹਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਦੋਂ ਆਪਾ ਭਾਵ ਤੇ ਮੋਇਆ ਤਾਂ ਮੇਰੇ ਮਨ ਤੋਂ ਭਾਵ ਅੰਦਰੋਂ ਹੀ ਸੋਝੀ ਆ ਗਈ ਹੈ ਜੀ। ਫਿਰ ਜਦੋਂ ਪਰਮੇਸ਼ਰ ਦੀ ਅੰਮ੍ਰਿਤ ਦ੍ਰਿਸ਼ਟੀ ਹੋਈ, ਭਾਵ ਉਸ ਪਰਮੇਸ਼ਰ ਦੀ ਕਿਰਪਾ ਹੋਈ, ਤਾਂ ਮੈਂ ਨਿੱਜ ਸਰੂਪ ਆਪਣੇ ਹਿਰਦੇ ਤੋਂ ਹੀ ਪਛਾਣ ਲਿਆ ਹੈ ਜੀ। ਭਾਵ ਮੇਰਾ ਮਨ ਹਰ ਮੂਲ ਨਾਲ ਜੁੜ ਗਿਆ ਹੈ ਜੀ, ਜੋ ਕਿ ਮੇਰੇ ਹਿਰਦੇ ਦੇ ਵਿੱਚ ਹੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਨਾਮ ਵਿੱਚ ਜੁੜਨਾ ਹੀ ਮੇਰੇ ਲਈ ਜਤ ਸਤ ਤੀਰਥ ਤੇ ਪੁਰਬੀ ਦਾ ਇਸ਼ਨਾਨ ਹੈ ਜੀ। ਮੈਂ ਬਹੁਤ ਖਿਲਾਰਾ ਇਸ ਲਈ ਕਰਾਂ, ਦੱਸੋ ਫਿਰ ਉਹ ਕਿਸ ਕੰਮ ਵਿੱਚ ਆਉਂਦਾ ਹੈ ਜੀ। ਭਾਵ ਵਿਅਰਥ ਹੈ ਜੀ। ਉਹ ਮਨੁੱਖਾਂ ਦਾ ਪਰਮੇਸ਼ਰ ਅੰਤਰਜਾਮੀ ਹੈ ਜੀ।
ਫਿਰ ਗੁਰੂ ਜੀ ਕਹਿੰਦੇ ਹਨ, ਜੇ ਮੈਂ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਨੂੰ ਮੰਨਦਾ ਹੋਵਾਂ ਤਾਂ ਪਰਾਏ ਘਰ ਵਿੱਚ ਭਾਵ ਕਿਸੇ ਹੋਰ ਦੁਆਰੇ 'ਤੇ ਜਾਵਾਂ। ਮੈਂ ਪਰਮੇਸ਼ਰ ਤੋਂ ਬਿਨਾਂ ਹੋਰ ਕਿਸ ਤੋਂ ਕੀ ਮੰਗਾਂ, ਜਦੋਂ ਕਿ ਉਸ ਪਰਮੇਸ਼ਰ ਤੋਂ ਬਿਨਾਂ ਮੇਰੇ ਲਈ ਹੋਰ ਕੋਈ ਥਾਂ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਮੈਂ ਗੁਰੂ ਦੀ ਮੱਤ ਭਾਵ ਗੁਰਸ਼ਬਦ ਗੁਰਬਾਣੀ ਦੁਆਰਾ ਸਹਿਜ ਅਵਸਥਾ ਵਿੱਚ ਸਮਾਉਂਦਾ ਹਾਂ ਜੀ। ਆਓ ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਜਿਸ ਤਰ੍ਹਾਂ ਗੁਰੂ ਜੀ ਇਸ ਪੰਕਤੀ ਵਿੱਚ ਕਹਿੰਦੇ ਹਨ, ਕਮਲ ਦਾ ਫੁੱਲ ਦੀ ਉਦਾਹਰਨ ਦੇ ਕੇ, ਉਲਟਿਓ ਕਮਲ ਬ੍ਰਹਮ ਵਿਚਾਰ, ਅੰਮ੍ਰਿਤ ਤਾਰ ਗਗਨ ਦਸ ਦਵਾਰ। ਭਾਵ ਪਹਿਲੇ ਹਿਰਦੇ ਵਿਚਲਾ ਕਮਲ ਮੂਧਾ ਸੀ। ਜਦ ਮੈਂ ਗੁਰਸ਼ਬਦ ਗੁਰਬਾਣੀ ਦੀ ਸਿੱਖ 'ਤੇ ਚੱਲ ਕੇ ਗੁਰਮਤ ਨੂੰ ਅਪਣਾਇਆ, ਯੋਗ ਅਭਿਆਸ ਕਰਕੇ ਉਸ ਨੂੰ ਉਲਟਿਆ ਤਾਂ ਉਹ ਹਿਰਦੇ ਵਿਚਲਾ ਕਮਲ ਸਿੱਧਾ ਹੋ ਗਿਆ ਹੈ ਜੀ, ਤੇ ਬ੍ਰਹਮ ਵਿਚਾਰ ਪ੍ਰਾਪਤ ਹੋ ਗਿਆ ਹੈ ਜੀ। ਅਤੇ ਦਸਮ ਦਵਾਰ ਰੂਪ ਆਕਾਸ਼ ਵਿੱਚ ਅੰਮ੍ਰਿਤ ਦਾ ਮੀਂਹ ਯੋਗਾਨੰਦ ਵਸਣ ਲੱਗ ਗਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਦੀ ਵਿਚਾਰ ਦੁਆਰਾ ਉਸ ਵਾਹਿਗੁਰੂ ਨਾਲ ਜੁੜਨਾ ਤੇ ਲੁਕਾਈ ਨੂੰ ਜੋੜਨਾ ਸਾਡੇ ਵਾਸਤੇ ਇਹ ਗੁਰੂ ਨਾਨਕ ਜੀ ਦਾ ਮਾਰਗ ਪ੍ਰਦਰਸ਼ਨ ਹੈ ਜੀ। ਸਾਡੇ ਸਾਰੇ ਗੁਰੂਆਂ ਜੀ ਦਾ ਮਾਰਗ ਪ੍ਰਦਰਸ਼ਨ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹਠ ਯੋਗ ਦੀ ਸਾਧਨਾ ਜਤ ਸਤ ਨੇਮ ਸੰਜਮ ਤੀਰਥ ਇਸ਼ਨਾਨ ਆਦਿ ਕਰਮਾਂ ਨਾਲ ਜੀਵ ਨੂੰ ਅੰਮ੍ਰਿਤ ਰਸ ਦੀ ਪ੍ਰਾਪਤੀ ਹੋ ਸਕਦੀ ਹੈ, ਪਰ ਜਦੋਂ ਤੱਕ ਇਸ ਦੇ ਅੰਦਰੋਂ ਭਰਮ ਨਹੀਂ ਜਾਂਦਾ, ਵਿਕਾਰ ਨਹੀਂ ਖਤਮ ਹੁੰਦੇ, ਹਉਮੈ ਖਤਮ ਨਹੀਂ ਹੁੰਦੀ, ਉਸ ਦੀ ਦੇਰ ਬ੍ਰਹਮ ਵਿਚਾਰ ਨਹੀਂ ਆਉਂਦੀ ਜੀ। ਉਦੋਂ ਤੱਕ ਇਸ ਦਾ ਮਨ ਨਹੀਂ ਪਤੀਜ ਸਕਦਾ ਜੀ, ਅਤੇ ਮਨ ਪਤੀਜਣ ਤੋਂ ਬਿਨਾਂ ਅੰਮ੍ਰਿਤ ਰਸ ਵੀ ਨਹੀਂ ਪੀਤਾ ਜਾ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਗੁਰੂ ਦਾ ਦਰ ਛੱਡ ਕੇ ਪਰਾਏ ਘਰ ਵਿੱਚ ਜਾਣ ਨਾਲ ਨਾਮ ਦਾ ਪ੍ਰਕਾਸ਼ ਨਹੀਂ ਹੋ ਸਕਦਾ ਜੀ, ਅਤੇ ਨਾ ਹੀ ਸਹਿਜ ਗਿਆਨੀ ਵਾਲੀ ਅਵਸਥਾ ਵਿੱਚ ਸਮਾਈ ਹੋ ਸਕਦੀ ਹੈ ਜੀ। ਭਾਵ ਵਿਕਾਰਾਂ ਵਿੱਚ ਫਸੇ ਰਹਿਣ ਕਰਕੇ ਸਾਨੂੰ ਉਸ ਗੁਰੂ ਸ਼ਬਦ ਨਾਲ ਨਹੀਂ ਜੁੜ ਸਕਦੇ ਜੀ। ਫਿਰ ਗੁਰੂ ਜੀ ਇਸ ਪੰਕਤੀ ਵਿੱਚ ਦੱਸਦੇ ਹਨ, ਜਨਮ ਜੀਤ ਮਰਨ ਮਨ ਮਾਨਿਆ, ਤੋਂ ਭਾਵ ਮਰਨ ਵਿੱਚ ਜੀਵਨ ਹੈ। ਇਹ ਗੱਲ ਸਿੱਖਣੀ ਤੇ ਕਰਨੀ ਹੈ ਜੀ। ਭਾਵ ਜਿਉਂਦਿਆਂ ਜੀ ਮਰਨਾ ਹੈ। ਜਿਉਂਦਿਆਂ ਜੀ ਕਿਵੇਂ ਮਰਨਾ ਹੈ, ਉਹ ਸਾਨੂੰ ਗੁਰੂ ਜੀ ਕਹਿੰਦੇ ਹਨ, ਆਪਣੀ ਹਉਮੈ, ਆਪਣਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵਿਕਾਰਾਂ ਨੂੰ ਮਾਰਨਾ ਹੈ ਜੀ। ਇਹ ਜਿਉਂਦਿਆਂ ਜੀ ਮਰਨਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਦ੍ਰਿਸ਼ਟੀ ਦੋ ਤਰ੍ਹਾਂ ਦੀ ਹੈ ਜੀ, ਇੱਕ ਪਿਆਰ ਵਾਲੀ ਤੇ ਦੂਜੀ ਤਿਰਸਕਾਰ ਵਾਲੀ, ਇੱਕ ਦਇਆ ਵਾਲੀ, ਦੂਜੀ ਡਰਾਉਣ ਵਾਲੀ। ਪਰ ਫਿਰ ਗੁਰੂ ਜੀ ਕਹਿੰਦੇ ਹਨ, ਅੱਖ ਨਹੀਂ ਕੱਢਣੀ, ਸਿਰਫ ਦ੍ਰਿਸ਼ਟੀ ਬਦਲਣੀ ਹੈ ਜੀ। ਭਾਂਡੇ ਨੂੰ ਨਹੀਂ ਤੋੜਨਾ, ਉਸ ਨੂੰ ਸਿੱਧਾ ਕਰਨਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹਿਰਦੇ ਨੂੰ ਬ੍ਰਹਮ ਵਿਚਾਰ ਤੇ ਰੱਬੀ ਪਿਆਰ ਨਾਲ ਭਰਨਾ ਹੈ ਜੀ। ਸਾਰੇ ਸੰਸਾਰ ਨੂੰ ਇੱਕ ਗੁਰਸ਼ਬਦ ਗੁਰਬਾਣੀ ਨਾਮ ਸਤਾ ਰੂਪੀ ਸੂਤਰ ਵਿੱਚ ਪਰੋਤਾ ਹੋਇਆ ਵੇਖਣਾ ਹੈ ਜੀ। ਭਾਵ
ਸਾਰਿਆਂ ਨੂੰ ਇੱਕ ਬਰਾਬਰ ਸਮਝਣਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਦੋਂ ਵਿਕਾਰਾਂ ਵਾਲੀ ਦ੍ਰਿਸ਼ਟੀ ਬਦਲ ਜਾਵੇਗੀ, ਇੱਕੋ ਨਿਰੰਕਾਰ ਦੇ ਦਰਸ਼ਨ ਹੋਣ ਜਾਣਗੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮੰਗਣ ਵਾਲੇ ਨੂੰ ਸਭ ਥਾਵਾਂ ਤੇ ਇੱਕੋ ਦਾਤਾ ਦਿਸੇਗਾ। ਫਿਰ ਉਸ ਦੀ ਦੁਬਿਧਾ ਬਿੰਸ ਜਾਏਗੀ, ਸੱਚ ਵਿੱਚ ਸਮਾਈ ਹੋ ਜਾਵੇਗੀ। ਭਾਵ ਉਹ ਆਪਣੇ ਹਰ ਮੂਲ ਨੂੰ ਪਛਾਣ ਕੇ ਉਸ ਨਾਲ ਜੁੜ ਜਾਵੇਗਾ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।